ਸਾਡੇ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅੱਜ ਦੇ ਸਮੇਂ ਵਿੱਚ ਹਰ ਦੂਜੇ ਘਰ ਵਿੱਚ ਕੋਈ ਨਾ ਕੋਈ ਮਰੀਜ਼ ਹੁੰਦਾ ਹੈ ਜੋ ਬੀਪੀ ਜਾਂ ਸ਼ੂਗਰ ਦੀ ਬਿਮਾਰੀ ਤੋਂ ਪੀੜਿਤ ਹੈ। ਕੀ ਆਯੁਰਵੈਦ ਦੇ ਵਿੱਚ ਬੀਪੀ ਜਾਂ ਸ਼ੂਗਰ ਦੀ ਬਿਮਾਰੀ ਦਾ ਇਲਾਜ ਹੈ? ਜੇ ਇਲਾਜ ਹੈ ਤੇ ਕਿੰਨੀ ਦੇਰ ਵਿੱਚ ਸੰਭਵ ਹੋ ਸਕਦਾ ਹੈ? ਇਹਨਾਂ ਸਾਰਿਆਂ ਬਾਬਤ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਆਯੁਰਵੈਦਿਕ ਡਾਕਟਰ ਅਮਨਦੀਪ ਕੌਰ ਟੋਲੇਵਾਲ ਜੀ ਦੇ ਨਾਲ। ਮੈਡਮ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ। ਜੀ ਮੈਡਮ, ਸਭ ਤੋਂ ਪਹਿਲਾਂ ਇਹੀ ਪੁੱਛਣਾ ਚਾਹਾਂਗੇ ਕਿ ਬੀਪੀ ਜਾਂ ਸ਼ੂਗਰ ਦੀ ਸਮੱਸਿਆ ਆਵੇ ਹੀ ਨਾ ਕਿਸੇ ਇਨਸਾਨ ਨੂੰ, ਇਸ ਦੇ ਲਈ ਇਨਸਾਨ ਨੂੰ ਕਿਸ ਤਰੀਕੇ ਦੇ ਨਾਲ ਆਪਣਾ ਲਾਈਫ ਸਟਾਈਲ ਬਿਤਾਉਣਾ ਚਾਹੀਦਾ ਹੈ, ਕੀ ਖਾਣ ਪੀਣ ਕਰਨਾ ਚਾਹੀਦਾ ਹੈ ਤਾਂ ਜੋ ਇਹ ਬਿਮਾਰੀ ਦੇ ਨਾਲ ਕੋਈ ਵੀ ਪੀੜਿਤ ਨਾ ਹੋ ਸਕੇ? ਦੇਖੋ, ਪਹਿਲੀ ਗੱਲ ਤਾਂ ਜੋ ਬੀਪੀ ਔਰ ਸ਼ੂਗਰ ਹੈ ਨਾ, ਇਹ ਬਿਮਾਰੀ ਨਹੀਂ ਹੈ, ਇਹ ਇੱਕ ਲਾਈਫ ਸਟਾਈਲ ਡਿਸਆਰਡਰ ਹੈ। ਵੀ ਸਾਡੀ ਖਾਣ ਪੀਣ ਨਾਲ ਜਾਂ ਸਾਡੀ ਜੀਵਨ ਸ਼ੈਲੀ ਦੇ ਵਿੱਚ ਬਦਲਾਵ ਦੇ ਕਰਕੇ ਅਸੀਂ ਇਹ ਬਿਮਾਰੀ ਸਾਨੂੰ ਲੱਗਦੀ ਹੈ ਜੀ। ਤਾਂ ਬੀਪੀ ਦੀ ਪਹਿਲਾਂ ਮੈਂ ਗੱਲ ਕਰਦੀ ਹਾਂ ਕਿ ਬੀਪੀ ਇੱਕ ਹਾਰਟ ਹੈ, ਆਰਟਰੀਜ਼ ਹੈ, ਜਿਹਦੇ ਵਿੱਚ ਅਸੀਂ ਜਦੋਂ ਪਲੈਕ ਜੰਮਣੀ ਸ਼ੁਰੂ ਹੋ ਜਾਂਦੀ ਹੈ, ਆਰਟਰੀਜ਼ ਸਾਡੀਆਂ ਹਾਰਡ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉਦੋਂ ਬਲੱਡ ਪ੍ਰੈਸ਼ਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇਹ ਅਸੀਂ ਆਪਣੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਆਦਤ ਹੁੰਦੀ ਹੈ ਕਿ ਨਮਕ ਦਾ ਉਪਯੋਗ ਬਹੁਤ ਜ਼ਿਆਦਾ ਕਰਦੇ ਹਾਂ, ਹੈ ਨਾ। ਸੋਡੀਅਮ ਹੈ, ਜੋ ਪੋਟੈਸ਼ੀਅਮ ਹੈ, ਇਹ ਸਾਰੇ ਬੀਪੀ ਨੂੰ ਇਨਕਰੀਜ਼ ਕਰਦੇ ਨੇ। ਤਾਂ ਜਿਹੜੇ ਲੋਕਾਂ ਨੂੰ ਜ਼ਿਆਦਾ ਨਮਕ ਖਾਣ ਦੀ ਆਦਤ ਹੈ, ਪਾਣੀ ਨਹੀਂ ਪੀਂਦੇ, ਕਸਰਤ ਨਹੀਂ ਕਰਦੇ ਔਰ ਆਪਣਾ weight ਜਿਨ੍ਹਾਂ ਦਾ ਜ਼ਿਆਦਾ ਹੈ, ਸੈਂਟਰਲ ਓਬੇਸਿਟੀ ਦੇ ਵਿੱਚ ਵੀ ਜਿਨ੍ਹਾਂ ਦਾ ਪੇਟ ਕਈਆਂ ਜ਼ਿਆਦਾ ਵਧਿਆ ਹੁੰਦਾ, ਬਾਕੀ ਬਾਡੀ ਪਤਲੀ ਹੁੰਦੀ ਹੈ ਨਾ। ਤਾਂ ਇਹ ਇੱਦਾਂ ਦੇ ਲੋਕ ਹੈ ਜਿਹੜੇ ਉਹ ਬੀਪੀ ਦੇ ਹੋਣ ਨੂੰ ਜ਼ਿਆਦਾ ਪ੍ਰੋਨ ਹੈ ਜੀ। ਉਸ ਤੋਂ ਬਾਅਦ ਹੀ ਬੀਪੀ ਜਦੋਂ ਜ਼ਿਆਦਾ ਰਹਿੰਦਾ ਹੈ, ਫਿਰ ਉਹ ਅੱਗੇ ਵੱਧਦਾ ਹਾਰਟ ਦੀਆਂ ਬਿਮਾਰੀਆਂ ਜਾਂ ਬ੍ਰੇਨ ਸਟ੍ਰੋਕ ਤੱਕ ਚਲੇ ਜਾਂਦਾ ਹੈ। ਤਾਂ ਸਾਨੂੰ ਇਹੀ ਹੈ ਕਿ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਇੱਕ ਤਾਂ ਕਸਰਤ ਰੋਜ਼ ਜ਼ਰੂਰ ਕਰਨੀ ਚਾਹੀਦੀ ਹੈ, ਅੱਧਾ ਘੰਟਾ ਤੁਹਾਡੀ ਕਾਰਡੀਅਕ ਆਊਟਪੁੱਟ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜੀ ਸਾਡੀ ਬਾਡੀ ਹੈ ਇੱਕ ਮਸ਼ੀਨ ਦੀ ਤਰ੍ਹਾਂ ਹੈ। ਜਿੰਨਾ ਅਸੀਂ ਮਸ਼ੀਨ ਨੂੰ, ਮੈਂ ਨਾਰਮਲ ਭਾਸ਼ਾ ਲੇਮੈਨ ਭਾਸ਼ਾ ਦੇ ਵਿੱਚ ਸਮਝਾ ਰਹੀ ਹਾਂ, ਜੇ ਮਸ਼ੀਨ ਤੁਸੀਂ ਚਲਾਉਂਦੇ ਰਹੋਗੇ ਤਾਂ ਉਹ ਚੱਲਦੀ ਰਹਿੰਦੀ ਹੈ, ਜੇ ਖੜ ਜਾਂਦੀ ਹੈ ਤਾਂ ਉਸ ਦੇ ਵਿੱਚ ਜੰਗ ਲੱਗ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਸਰੀਰ ਹੈ। ਕਸਰਤ ਬਹੁਤ ਜ਼ਰੂਰੀ ਹੈ, ਰਨਿੰਗ ਕਰਨੀ ਜ਼ਰੂਰੀ ਹੈ, ਸਾਈਕਲਿੰਗ ਕਰਨੀ ਜ਼ਰੂਰੀ ਹੈ, ਤੁਹਾਡੀ ਕਾਰਡੀਅਕ ਆਊਟਪੁੱਟ ਵਧਣੀ ਚਾਹੀਦੀ ਹੈ, ਜਿਹਦੇ ਨਾਲ ਸਾਡੀ ਇਹ ਪਲੈਕ ਡਿਪੋਜੀਸ਼ਨ, ਕੋਲੈਸਟਰੋਲ, ਇਹ ਸਭ ਕੁਝ ਇਨਕਰੀਜ਼ ਨਾ ਹੋਵੇ। ਦੂਸਰਾ ਖਾਣ ਪਾਨ ਦੇ ਵਿੱਚ ਹੈ ਕਿ ਅਸੀਂ ਫੈਟੀ ਚੀਜ਼ਾਂ, ਜਿਹੜੀਆਂ ਜੰਮਣ ਵਾਲੀਆਂ ਚੀਜ਼ਾਂ ਹੁੰਦੀਆਂ, ਜਿਵੇਂ ਰਿਫਾਈਨਡ ਆਇਲ ਹੈ ਜਾਂ ਇੱਕ ਡਾਲਡਾ ਤੇਲ ਕਈ ਵਾਰ ਅਸੀਂ ਯੂਜ਼ ਕਰਦੇ ਹਾਂ। ਕਈ ਹੁੰਦਾ ਕਿ ਮੱਖਣ ਮਲਾਈ ਬਹੁਤ ਜ਼ਿਆਦਾ ਖਾਂਦੇ ਰਹਿੰਦੇ ਆ ਪਰ ਕਸਰਤ ਨਹੀਂ ਕਰਦੇ। ਤਾਂ ਇਹਨਾਂ ਸਭ ਚੀਜ਼ਾਂ ਦੇ ਨਾਲ ਬਾਡੀ ਦੇ ਵਿੱਚ ਉਹੀ ਡਿਪੋਜੀਸ਼ਨ ਕੋਲੈਸਟਰੋਲ ਦੀ ਜਿਹੜੀ ਸਾਡੇ ਫੈਟੀ ਚੀਜ਼ਾਂ ਹੈਗੀਆਂ ਉਹ ਜੰਮਣੀਆਂ ਸ਼ੁਰੂ ਹੋ ਜਾਂਦੀਆਂ, ਅਤੇ ਉਹਦੇ ਨਾਲ ਫਿਰ ਧੀਰੇ ਧੀਰੇ ਬੀਪੀ ਵਧਣਾ ਸ਼ੁਰੂ ਹੋ ਜਾਂਦਾ ਹੈ। ਤਾਂ ਅਸੀਂ ਦੇਸੀ ਚੀਜ਼ਾਂ ਦੇ ਉੱਤੇ ਦੁਬਾਰਾ ਆਈਏ, ਜੋ ਕਿ ਸਾਡੇ ਬਜ਼ੁਰਗ ਸਾਡੇ ਪਿੱਛੇ ਸਾਰੇ ਯੂਜ਼ ਕਰਦੇ ਸੀ। ਕਦੇ ਸੁਣਿਆ ਨਹੀਂ ਸੀ ਕਿ ਪਹਿਲਾਂ ਬਜ਼ੁਰਗਾਂ ਦੇ ਵਿੱਚ, ਹੁਣ ਤੱਕ ਉਹਨਾਂ ਦੀ ਸਿਹਤ, ਜਿਹੜੇ ਬਜ਼ੁਰਗ ਹੈਗੇ ਉਹਨਾਂ ਦੀ ਸਹੀ ਚੱਲਦੀ ਆ ਰਹੀ ਹੈ, ਕਿਉਂਕਿ ਦੇਸੀ ਚੀਜ਼ਾਂ ਯੂਜ਼ ਕਰਦੇ ਸੀ। ਜਿਵੇਂ ਦੇਸੀ ਘੀ ਯੂਜ਼ ਕਰੋ, ਸਰੋਂ ਦਾ ਤੇਲ ਯੂਜ਼ ਕਰੋ, ਨਾ ਕਿ ਰਿਫਾਈਨਡ ਆਇਲ ਯੂਜ਼ ਕਰੋ ਜਾਂ ਦੂਸਰੇ ਡਾਲਡਾ ਵਗੈਰਾ ਯੂਜ਼ ਕਰੋ, ਇਹ ਯੂਜ਼ ਕਰਨੇ ਚਾਹੀਦੇ ਨੇ। ਅਤੇ ਨਮਕ ਦੀ ਕੁਆਂਟਿਟੀ ਥੋੜ੍ਹੀ ਘੱਟ ਰੱਖਣੀ ਚਾਹੀਦੀ ਹੈ। ਤਲੀਆਂ ਚੀਜ਼ਾਂ, ਇਹਨਾਂ ਮਿਰਚ ਮਸਾਲਾ, ਇਹਨਾਂ ਸਭ ਤੋਂ ਪਰਹੇਜ਼ ਰੱਖਣਾ ਚਾਹੀਦਾ। ਤੇ ਮੈਡਮ, ਸ਼ੂਗਰ ਬਾਰੇ ਪੁੱਛਣਾ ਚਾਹਾਂਗੇ ਕਿ ਕਿਉਂਕਿ ਕਿਹਾ ਜਾਂਦਾ ਹੈ ਕਿ ਸ਼ੂਗਰ ਤੇ ਨਮਕ ਦੋਨਾਂ ਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਹੈ, ਤੇ ਪੁੱਛਣਾ ਚਾਹਾਂਗੇ ਕਿ ਸ਼ੂਗਰ ਦੀ ਸਮੱਸਿਆ ਨਾ ਹੋਵੇ ਇਸ ਦੇ ਲਈ ਕੀ ਪਰਹੇਜ਼ ਰੱਖਣਾ ਚਾਹੀਦਾ ਹੈ? ਸ਼ੂਗਰ ਔਰ ਬੀਪੀ ਦੋਨੋਂ ਹੀ, ਜਿਵੇਂ ਨਮਕ ਔਰ ਅਸੀਂ ਕੋਈ ਅਚਾਰ ਬਣਾਉਂਦੇ ਹਾਂ ਤਾਂ ਉਸ ਵਿੱਚ ਪਾਉਂਦੇ ਹਾਂ ਤਾਂ ਕਿ ਉਹ ਗਲ ਜਾਏ, ਹੈ ਨਾ। ਤਾਂ ਇਹ ਵੀ ਇੱਕ ਪੋਇਜ਼ਨ ਹੈ, ਜੇ ਸਰੀਰ ਵੀ ਉਹਦੇ ਨਾਲ ਗਲਣਾ ਅੰਦਰੋਂ ਸ਼ੁਰੂ ਹੋ ਜਾਂਦਾ ਹੈ ਨਾ। ਅਤੇ ਇਹ ਜਿੰਨਾ ਜੋ ਵੀ ਲੋਕ ਨਮਕ ਔਰ ਇਹ ਰਿਫਾਈਨਡ ਸ਼ੂਗਰ ਨੂੰ ਜ਼ਿਆਦਾ ਇਸਤੇਮਾਲ ਕਰਦੇ ਨੇ, ਉਹ ਹੌਲੀ ਹੌਲੀ ਸਾਡੀ ਬਾਡੀ ਦੀ ਇਨਸੂਲਿਨ ਰੈਜ਼ਿਸਟੈਂਸ ਨੂੰ ਖਤਮ ਕਰ ਦਿੰਦੇ ਨੇ। ਆਪਣੇ ਆਪ ਜਿਹੜਾ ਅਸੀਂ ਪ੍ਰੋਡਿਊਸ ਕਰਦਾ ਸਾਡਾ ਹਾਰਮੋਨ ਇਨਸੂਲਿਨ, ਉਹ ਬਣਨਾ ਬੰਦ ਹੋ ਜਾਂਦਾ ਹੈ ਨਾ। ਤਾਂ ਉਸ ਦੇ ਨਾਲ ਕੀ ਹੈ, ਸਾਡੀ ਇਹ ਵੱਧਦੀ ਸ਼ੂਗਰ ਕਹਿੰਦੇ, ਜਿਹਨੂੰ ਅਸੀਂ ਟਾਈਪ 2 ਡਾਇਬਟੀਜ਼ ਕਹਿੰਦੇ ਹਾਂ, ਉਹ ਵਧਣੀ ਸ਼ੁਰੂ ਹੋ ਜਾਂਦੀ ਹੈ। ਤਾਂ ਇਸ ਦੇ ਵਿੱਚ ਵੀ ਸਭ ਤੋਂ ਇੰਪੋਰਟੈਂਟ ਇਹੀ ਹੈ ਕਿ ਲਾਈਫ ਸਟਾਈਲ ਦੇ ਵਿੱਚ ਤੁਸੀਂ ਕਸਰਤ ਜ਼ਰੂਰ ਕਰਨੀ ਹੈ, ਕਿਉਂਕਿ ਬਾਡੀ ਦੇ ਹਰ ਆਰਗਨ ਨੇ ਹਾਰਮੋਨਸ ਬਣਾਉਣੇ ਹੈ। ਉਹ ਸਾਡੀ ਬਾਡੀ ਸਟ੍ਰੈਸ ਦੇ ਨਾਲ ਬਹੁਤ ਸਾਰੇ ਹਾਰਮੋਨਸ ਬਣਾਉਣੇ ਬੰਦ ਹੋ ਜਾਂਦੇ ਹੈ, ਜਾਂ ਸਾਡੇ ਲਾਈਫ ਸਟਾਈਲ ਦੇ ਵਿੱਚ ਜੇ ਅਸੀਂ ਬੈਠੇ ਰਹਿੰਦੇ ਹਾਂ ਜ਼ਿਆਦਾ ਦੇਰ, ਤਾਂ ਉਹ ਸਾਡੀ ਬਾਡੀ ਦੀ ਪ੍ਰੋਡਕਟਿਵਿਟੀ ਆਫ ਹਾਰਮੋਨਸ ਨਹੀਂ ਹੁੰਦੀ। ਤਾਂ ਇਸ ਲਈ ਬਹੁਤ ਜ਼ਰੂਰੀ ਹੈ ਕਿ ਕਸਰਤ ਤੁਸੀਂ ਅੱਧਾ ਘੰਟਾ ਜ਼ਰੂਰ ਕਰਨੀ ਹੈ, ਬਾਡੀ ਖੁਦ ਬਣਾਏ। ਮੈਂ ਕੋਈ ਨੌਕਰ ਰੱਖਿਆ ਹੋਇਆ, ਫੋਰ ਐਗਜ਼ਾਮਪਲ ਮੈਂ ਦੱਸ ਰਹੀ ਹਾਂ, ਜੇ ਮੈਂ ਕੰਮ ਕਰਨਾ ਬੰਦ ਕਰ ਦਾਂਗੀ ਤਾਂ ਮੈਨੂੰ ਉਸ ਦੀ ਆਦਤ ਹੋ ਜਾਂਦੀ ਹੈ ਨਾ। ਤਾਂ ਉਸੀ ਤਰੀਕੇ ਨਾਲ ਹੈ ਇਹ। ਅਤੇ ਜਦੋਂ ਅਸੀਂ ਉਹ ਹਾਰਮੋਨ ਲੈਣੇ ਸ਼ੁਰੂ ਕਰ ਦਿੰਦੇ ਹਾਂ, ਜਾਂ ਇਨਸੂਲਿਨ ਕਿਸੇ ਦੀ ਬਹੁਤ ਵੱਧ ਗਈ ਤਾਂ ਤੁਹਾਨੂੰ ਉਹ ਲੱਗਣੀ ਹੈ ਨਾ, ਉਹ ਜਦੋਂ ਅਸੀਂ ਲੈਣਾ ਸ਼ੁਰੂ, ਸਾਡੀ ਬਾਡੀ ਨੂੰ ਵੀ
ਅਡੈਪਟੇਸ਼ਨ ਹੋ ਜਾਂਦੀ ਹੈ ਹਰ ਚੀਜ਼ ਦੀ। ਤਾਂ ਇਸ ਲਈ ਬਾਡੀ ਖੁਦ ਬਣਾਉਂਦੀ ਹੈ ਹਰ ਚੀਜ਼, ਉਸ ਪਰ ਸਾਨੂੰ ਬਾਡੀ ਨੂੰ ਚਲਾਉਣਾ ਤਾਂ ਪਏਗਾ ਨਾ ਜੀ। ਅੱਜ ਦੀ ਸਾਡੀ ਲਾਈਫ ਸਟਾਈਲ ਇੱਦਾਂ ਦਾ ਹੋ ਗਿਆ ਕਿ ਅਸੀਂ ਬੈਠੇ ਰਹਿੰਦੇ ਹਾਂ ਜ਼ਿਆਦਾ ਦੇਰ, ਸਿਟਿੰਗ ਜੌਬਸ ਹੈਗੀਆਂ, ਉੱਥੇ ਅਸੀਂ ਪ੍ਰੋਸੈਸਡ ਫੂਡ ਖਾਂਦੇ ਰਹਿੰਦੇ ਹਾਂ, ਚਿਪਸ, 버ਗਰ ਜਾਂ ਬਿਸਕਿਟਸ, ਇਹਨਾਂ ਸਾਰਿਆਂ ਦੇ ਵਿੱਚ ਪ੍ਰੀਜ਼ਰਵੇਟਿਵਸ ਪੈਂਦੇ ਆ, ਮਿੱਠਾ ਪੈਂਦਾ ਜੋ ਕਿ ਰਿਫਾਈਨਡ ਹੈ। ਰਿਫਾਈਨਡ ਚੀਜ਼ਾਂ ਜਿੰਨੀਆਂ ਆ ਗਈਆਂ ਉਹ ਸਾਡੀ ਬਾਡੀ ਨੂੰ ਨੁਕਸਾਨਦੇਹ ਨੇ। ਅਸੀਂ ਦੇਸੀ ਚੀਜ਼ਾਂ ਵੱਲ, ਗੁੜ, ਸ਼ੱਕਰ ਵੱਲ ਆਈਏ। ਨੈਚੁਰਲ ਫਰੂਟਸ ਦੇ ਵਿੱਚ ਵੀ ਸ਼ੂਗਰ ਹੈਗੀ ਹੈ, ਸਾਨੂੰ ਹੋਰ ਆਰਟੀਫੀਸ਼ੀਅਲ ਸ਼ੂਗਰ ਲੈਣ ਦੀ ਲੋੜ ਨਹੀਂ ਹੈ। ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਅੱਗੇ, ਕੱਲੀ ਡਾਇਬੀਟੀਜ਼ ਨਹੀਂ, ਉਸ ਤੋਂ ਬਾਅਦ ਹੋਰ ਲੇਡੀਜ਼ ਦੀਆਂ ਕਈ ਸਾਰੀਆਂ ਦਿੱਕਤਾਂ ਨੇ, PCOD ਹੈ, ਮੋਟਾਪਾ ਹੈ, ਇਹ ਸਾਰੀਆਂ ਬਿਮਾਰੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਪੈਦਾ ਹੋ ਰਹੀਆਂ ਨੇ। ਤਾਂ ਸਾਨੂੰ ਇਹ ਆਪਣੀ ਲਾਈਫ ਦੇ ਵਿੱਚੋਂ ਇਹਨਾਂ ਨੂੰ ਕੱਢਣਾ ਚਾਹੀਦਾ ਜੀ। ਮੈਂ ਪੁੱਛਣਾ ਚਾਹਾਂਗੇ ਕਿ ਜਿਨ੍ਹਾਂ ਲੋਕਾਂ ਨੂੰ BP ਤੇ ਸ਼ੂਗਰ ਦੀ ਪ੍ਰੋਬਲਮ ਆ ਚੁੱਕੀ ਹੋਈ ਹੈ, ਕੀ ਆਯੁਰਵੈਦ ਦੇ ਵਿੱਚ ਉਹਨਾਂ ਦੀ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ? ਬਿਲਕੁਲ, ਬਹੁਤ ਸਾਰੀਆਂ ਮੈਡੀਸਿਨਸ ਨੇ ਸਾਡੇ ਕੋਲ BP ਦੇ ਲਈ ਵੀ ਤੇ ਡਾਇਬੀਟੀਜ਼ ਦੇ ਲਈ ਵੀ। BP ਦੇ ਲਈ ਸਭ ਤੋਂ ਪਹਿਲਾਂ ਮੈਂ ਬੋਲਦੀ ਹਾਂ, BP ਦੀ ਸਟੇਜਿਸ ਹੈ ਨਾ। ਪਹਿਲਾਂ ਤਾਂ ਸਟਾਰਟਿੰਗ ਜਦੋਂ ਤੁਹਾਡਾ ਡਾਇਗਨੋਜ਼ ਹੀ ਹੋਇਆ, ਕੋਈ ਨੌਜਵਾਨ ਬਹੁਤ ਯੰਗ ਏਜ ਦੇ ਵਿੱਚ ਵੀ ਅੱਜ ਕੱਲ੍ਹ ਤਾਂ 30 ਅਬਵ ਦੇ ਵਿੱਚ ਵੀ ਇਹ BP ਦੀ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ। ਤਾਂ ਜਦੋਂ ਮਤਲਬ ਫਸਟ ਸਟੇਜ ਦੇ ਵਿੱਚ ਹੈ ਤੁਹਾਡਾ, ਉਦੋਂ ਸਾਡੇ ਕੋਲ ਮੈਡੀਸਿਨਸ ਹੈ। ਅਤੇ ਕਈ ਵਾਰ ਹੁੰਦਾ ਕਿ ਬਹੁਤ ਐਕਸਟ੍ਰੀਮ ਸਟੇਜ ਆ ਗਈ ਹੈ, ਜਦੋਂ ਪੇਸ਼ੈਂਟ ਕਾਫੀ ਦੇਰ ਹੋ ਗਈ ਹੈ ਕਿ ਉਹ BP ਦੀਆਂ ਮੈਡੀਸਿਨਸ ਬਹੁਤ ਹਾਈ ਡੋਜ਼ ਐਲੋਪੈਥਿਕ ਆਲਰੇਡੀ ਲੈ ਰਿਹਾ ਹੈ ਨਾ। ਟ੍ਰੀਟਮੈਂਟ ਦੋਨਾਂ ਦਾ ਅਲੱਗ ਹੈ, ਪਰ ਦੋਨੋਂ ਤਰੀਕੇ, ਅਕਿਊਟ ਦਾ ਵੀ, ਕ੍ਰੋਨਿਕ ਦਾ ਵੀ ਆਯੁਰਵੇਦ ਦੇ ਵਿੱਚ ਟ੍ਰੀਟਮੈਂਟ ਹੈ, ਅਲੱਗ ਹੈ। ਹਰ ਪੇਸ਼ੈਂਟ ਨੂੰ ਅਸੀਂ ਅਲੱਗ ਮੰਨ ਕੇ ਚੱਲਦੇ ਹਾਂ। ਤਾਂ ਹਰ ਪੇਸ਼ੈਂਟ, ਇਹ ਮੈਂ ਜਨਰਲਾਈਜ਼ ਨਹੀਂ ਕਰ ਸਕਦੀ ਕਿ ਇੱਕ ਪੇਸ਼ੈਂਟ BP ਦਾ ਹੈ ਤਾਂ ਉਹਨੂੰ ਮੈਂ ਕੀ ਮੈਡੀਸਿਨ ਦੇਣੀ ਹੈ। ਮਤਲਬ ਉਹ ਪੇਸ਼ੈਂਟ ਟੂ ਪੇਸ਼ੈਂਟ ਸਾਡੀ ਉਸਦੀ ਪ੍ਰਕਿਰਤੀ ਐਨਾਲਿਸਿਸ ਕਰਕੇ, ਉਸਦੇ ਦੋਸ਼ ਦੇਖ ਕੇ ਔਰ ਕਈ ਸਾਰੇ ਫੈਕਟਰ ਦੇਖ ਕੇ, ਇਕੱਲਾ BP ਨਹੀਂ, ਕਿਉਂਕਿ ਸਟ੍ਰੈਸ ਹੈ, ਅਸੀਂ ਉਹਦੀ ਰੂਟ ਕਾਜ਼ ਦੇਖਾਂਗੇ ਪਹਿਲਾਂ ਕਿ ਇਹਦੇ BP ਹੋਣ ਦਾ ਕਾਰਨ ਇਹਦੀ ਲਾਈਫ ਸਟਾਈਲ ਹੈ, ਇਹਦਾ ਖਾਣ ਪਾਣ ਹੈ ਜਾਂ ਸਟ੍ਰੈਸ ਹੈ। ਉਹ ਕਈ ਸਾਰੇ ਫੈਕਟਰ ਅਸੀਂ ਫਿਰ ਇਨਕਲੂਡ ਕਰਕੇ ਉਸ ਪੇਸ਼ੈਂਟ ਨੂੰ ਟ੍ਰੀਟਮੈਂਟ ਦੇਵਾਂਗੇ ਜੀ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਕਹਿ ਦਿੰਦੇ ਹੁੰਦੇ ਆ ਨਾ ਕਿ BP ਦੀ ਗੋਲੀ ਲੱਗ ਗਈ, ਸ਼ੂਗਰ ਦੀ ਗੋਲੀ ਲੱਗ ਗਈ, ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਗੋਲੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਜੇਕਰ ਅਸੀਂ ਆਪਣਾ ਖਾਣ ਪਾਣ ਸੁਧਾਰ ਲਈਏ ਤੇ ਆਯੁਰਵੈਦ ਦੇ ਹਿਸਾਬ ਦੇ ਨਾਲ ਜੋ ਵੀ ਡਾਕਟਰ ਦੱਸਦਾ ਹੈ ਉਸ ਦੇ ਅਕੋਰਡਿੰਗਲੀ ਦਵਾਈ ਲਈਏ। ਬਿਲਕੁਲ, ਕਿਉਂਕਿ ਦੇਖੋ ਐਲੋਪੈਥਿਕ ਮੈਂ ਟ੍ਰੀਟਮੈਂਟ ਨੂੰ, ਮੈਂ ਕਿਸੇ ਟ੍ਰੀਟਮੈਂਟ ਨੂੰ ਮਾੜਾ ਨਹੀਂ ਕਹਾਂਗੀ, ਪਰ ਸਿੰਪਟੋਮੈਟਿਕ ਟ੍ਰੀਟਮੈਂਟ ਹੈ। ਉਹ BP ਵਧਿਆ, BP ਦੀ ਗੋਲੀ ਖਾਈ, BP ਘਟ ਗਿਆ। ਅਸੀਂ ਖੁਦ ਰਿਕਮੈਂਡ ਕਰਦੇ ਹਾਂ ਬਹੁਤ ਸਾਰੇ ਪੇਸ਼ੈਂਟਸ ਨੂੰ, ਜਦੋਂ ਬਹੁਤ ਕ੍ਰੋਨਿਕ ਉਹਦੀ ਸਟੇਜ 'ਤੇ ਚਲਾ ਜਾਂਦਾ ਉਹ, ਕਿ ਹਾਲੇ ਤੁਹਾਨੂੰ ਆਯੁਰਵੇਦ ਦੇ ਨਾਲ ਨਾਲ ਵੀ ਕੁਛ ਦੇਰ ਖਾਣੀ ਪਏਗੀ ਮੇਨਟੇਨ ਕਰਨ ਵਾਸਤੇ, ਹੈ ਨਾ। ਤਾਂ ਬਹੁਤ ਸਾਰੇ ਪੇਸ਼ੈਂਟਸ ਨੂੰ ਐਂ ਲੱਗਦਾ ਕਿ ਮੈਂ ਹੁਣ ਇਸ ਟਾਈਮ 'ਤੇ ਆਯੁਰਵੈਦਿਕ ਦਵਾਈ ਖਾ ਲਈ, ਇੱਕੋ ਦਮ ਮੇਰਾ ਇਹ ਠੀਕ ਹੋ ਜਾਏਗਾ। ਜੋ ਹਾਈ ਪੇਸ਼ੈਂਟ ਦੀ ਮੈਂ ਗੱਲ ਕਰ ਰਹੀ, ਜਿਹਦਾ ਆਲਰੇਡੀ BP ਬਹੁਤ ਜ਼ਿਆਦਾ ਹੈ। ਤੁਸੀਂ ਖੁਦ ਇਸ ਤਰ੍ਹਾਂ ਨਹੀਂ ਕਰਨਾ ਹੈ ਕਿ ਮੈਂ ਖੁਦ ਆਯੁਰਵੈਦਿਕ ਮੈਡੀਸਿਨ ਖਾ ਲਈ ਔਰ BP ਦੀ ਗੋਲੀ ਛੱਡਤੀ। ਤੁਸੀਂ ਕਿਸੇ ਸੁਪਰਵਾਈਜ਼ਡ, ਮਤਲਬ ਕਿਸੇ ਸਪੈਸ਼ਲਿਸਟ ਆਯੁਰਵੈਦਿਕ ਡਾਕਟਰ ਦੀ ਨਿਗਰਾਨੀ ਹੇਠ ਇਹ ਕਰ ਸਕਦੇ ਹੋ, ਕਿਉਂਕਿ ਉਹ ਮੋਨੀਟਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਅਸੀਂ ਡੋਜ਼ ਡਿਸਾਈਡ ਕਰਦੇ ਹਾਂ, ਪਹਿਲਾਂ ਕਿੰਨੀ ਲੱਗੀ ਹੋਈ ਹੈ, ਮੈਂ ਆਯੁਰਵੈਦਿਕ ਦਵਾਈ ਕਿੰਨੀ ਦੇਣੀ ਹੈ, ਉਸ ਹਿਸਾਬ ਨਾਲ ਹੌਲੀ ਹੌਲੀ ਟੇਪਰਿੰਗ ਕਰਕੇ ਅਸੀਂ ਮੈਡੀਸਿਨ ਪੇਸ਼ੈਂਟ ਦੀ ਛੁਡਵਾ ਵੀ ਸਕਦੇ ਹਾਂ। ਪਰ ਅਸੀਂ ਸਿੰਪਟੋਮੈਟਿਕ ਟ੍ਰੀਟਮੈਂਟ ਨਹੀਂ ਕਰਦੇ, ਅਸੀਂ ਪੇਸ਼ੈਂਟ ਦੀ ਪਹਿਲਾਂ ਪੂਰੀ ਸਥਿਤੀ ਦੇਖਦੇ ਹਾਂ ਕਿ ਇਸ ਦਾ BP ਵਧਣ ਦਾ ਕਾਰਨ ਕੀ ਹੈ। ਉਹ ਕਾਰਨ ਜਦੋਂ ਦੂਰ ਹੋਏਗਾ ਤਾਂ ਉਸ ਦੀ ਕੋਈ ਵੀ ਜਿਹੜੀ ਬਿਮਾਰੀ ਹੈ ਉਹ ਦੂਰ ਹੋ ਜਾਏਗੀ ਜੀ। ਦੋਸਤੋ, ਮੈਡਮ ਨੇ ਇੱਕ ਗੱਲ ਬਹੁਤ ਵਧੀਆ ਕਹੀ ਹੈ ਕਿ ਕੋਈ ਵੀ ਬਿਮਾਰੀ ਤਾਂ ਲੱਗਦੀ ਹੈ ਜੇਕਰ ਅਸੀਂ ਆਪਣੇ ਸਰੀਰ ਦਾ ਪ੍ਰਯੋਗ ਕਰਨਾ ਬੰਦ ਕਰ ਦਿੰਦੇ ਹਾਂ, ਜੇਕਰ ਅਸੀਂ ਜ਼ਿਆਦਾਤਰ ਟਾਈਮ ਜਿਹੜੇ ਆ ਬੈਠੇ ਰਹਿੰਦੇ ਹਾਂ ਜਾਂ ਕੋਈ ਐਕਟੀਵਿਟੀ ਨਹੀਂ ਕਰਦੇ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਜੇਕਰ ਸਰੀਰਕ ਤੌਰ ਦੇ ਉੱਤੇ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਅਸੀਂ ਕੋਈ ਨਾ ਕੋਈ ਐਕਟੀਵਿਟੀ ਜ਼ਰੂਰ ਕਰਦੇ ਰਹੀਏ। ਤੇ ਜੇਕਰ ਤੁਹਾਨੂੰ ਵੀ ਕੋਈ ਸਮੱਸਿਆ ਹੈ, ਤੁਸੀਂ ਚਾਹੁੰਦੇ ਹੋ ਕਿ ਅਸੀਂ ਉਸ ਸਮੱਸਿਆ ਨਾਲ ਸੰਬੰਧੀ ਡਾਕਟਰ ਸਾਹਿਬ ਦੇ ਨਾਲ ਗੱਲ ਕਰੀਏ, ਤੁਸੀਂ ਕਮੈਂਟ ਬਾਕਸ ਦੇ ਵਿੱਚ ਉਸ ਸਮੱਸਿਆ ਬਾਰੇ ਲਿਖ ਸਕਦੇ ਹੋ ਜਾਂ ਸਾਨੂੰ ਨੀਚੇ ਦਿੱਤੇ ਗਏ ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਉਸ ਸਮੱਸਿਆ ਦੇ ਉੱਤੇ ਡਾਕਟਰ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਕਰਨ ਦੀ। ਮੈਡਮ, ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਜੀ। ਤੇ ਦੋਸਤੋ, ਖੁਸ਼ ਰਹੋ, ਤੰਦਰੁਸਤ ਰਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਧੰਨਵਾਦ।